Good morning, students. This is Raj Brinder from Karnanuk Public Senior Secondary School रैया। ਬੱਚਿਓ ਆਪਾਂ +2 ਕਲਾਸ ਦੀ ਕੈਮਿਸਟਰੀ ਦਾ ਯੂਨਿਟ ਕਰਦੇ ਪਏ ਇਲੈਕਟ੍ਰੋਕੈਮਿਸਟਰੀ ਤੇ 50% ਤੇ ਆਪਾਂ ਕੰਪਲੀਟ ਕਰ ਹੀ ਲਿਆ। ਹੁਣ ਆਏ ਹੁਣ ਆਪਾਂ ਅੱਜ ਦਾ ਸਾਡਾ ਟੌਪਿਕ ਹੈਗਾ ਮੋਲਰ ਕੰਡਕਟਿਵਿਟੀ। ਮੋਲਰ ਕੰਡਕਟਿਵਿਟੀ ਇੰਪੋਰਟੈਂਟ ਟਰਮ ਆ। ਸਿੱਧਾ ਜਿਹਨੂੰ ਦਿਮਾਗ 'ਚ ਬਿਠਾਈਏ, ਕੰਡਕਟਿਵਿਟੀ ਉਸ ਸੋਲਿਊਸ਼ਨ ਦੀ ਜਿਹਦੇ ਵਿੱਚ ਇਲੈਕਟ੍ਰੋਲਾਈਟ ਪਾਇਆ ਗਿਆ ਵਾ ਤੇ ਉਸ ਇਲੈਕਟ੍ਰੋਲਾਈਟ ਦੀ ਕੰਸਨਟ੍ਰੇਸ਼ਨ ਕਿੰਨੀ 1 ਮੋਲਰ। ਜਿਸ ਤਰ੍ਹਾਂ ਮੰਨ ਲਓ ਮੇਰੇ ਕੋਲ ਇੱਕ ਬੀਕਰ ਆ ਤੇ ਇਹਦੇ ਵਿੱਚ ਕੋਈ ਨਾ ਕੋਈ ਹੈਗਾ ਵਾ ਡਿਸਟਿਲਡ ਵਾਟਰ। ਡਿਸਟਿਲਡ ਵਾਟਰ ਤੇ ਕੰਡਕਟਿਵਿਟੀ ਕਰਦਾ ਹੀ ਨਹੀਂ। ਜੇ ਮੈਂ ਇਹਦੇ ਵਿੱਚ ਬਾਹਰੋਂ ਪਾ ਦਿੰਦਾ ਵਾ ਸਾਲਟ NaCl ਪਾਤਾ, ਮੈਂ ਬਾਹਰੋਂ NaCl ਜਿਹੜਾ ਆਇਨ ਵਿੱਚ ਟੁੱਟ ਗਿਆ, ਇੱਕ ਇਲੈਕਟ੍ਰੋਲਾਈਟ ਪਾਤਾ, ਫਿਰ ਇਹਨੇ ਕੰਡਕਟਿਵਿਟੀ ਕਰਨੀ ਤੇ ਇਸ ਇਲੈਕਟ੍ਰੋਲਾਈਟ ਦੀ ਕੰਸਨਟ੍ਰੇਸ਼ਨ ਕਿੰਨੀ ਹੋਣੀ ਚਾਹੀਦੀ 1 ਮੋਲਰ। 1 ਮੋਲਰ ਯਾਨੀ ਕਿ ਨੰਬਰ ਆਫ ਮੋਲਸ 1 ਮੋਲ ਤੇ 1 ਲੀਟਰ ਸੋਲਿਊਸ਼ਨ ਦੇ ਵਿੱਚ ਆਪਾਂ ਪਾਤੇ। 1 ਲੀਟਰ ਡਿਸਟਿਲਡ ਵਾਟਰ, ਉਹਦੇ ਵਿੱਚ ਕਿੰਨੇ ਮੋਲ ਪਾਏ ਆ 1 ਮੋਲ ਤੇ ਕੰਸਨਟ੍ਰੇਸ਼ਨ ਕਿੰਨੀ ਹੋ ਗਈ 1 ਮੋਲਰ ਤੇ ਉਸ ਟਰਮ ਨੂੰ ਕਹੀਦਾ ਮੋਲਰ ਕੰਡਕਟਿਵਿਟੀ। ਫਿਰ ਸੁਣੋ ਮੋਲਰ ਕੰਡਕਟਿਵਿਟੀ ਨੂੰ ਕਿੱਦਾਂ ਲਿਖਣਾ, ਕੰਡਕਟਿਵਿਟੀ ਆਫ ਦੈਟ ਸੋਲਿਊਸ਼ਨ, ਉਸ ਸੋਲਿਊਸ਼ਨ ਦੀ ਕੰਡਕਟਿਵਿਟੀ ਵਿਚ ਹੈਵ ਇਲੈਕਟ੍ਰੋਲਾਈਟ ਆਫ ਕੰਸਨਟ੍ਰੇਸ਼ਨ 1 ਮੋਲਰ। ਜਿਹਦੇ ਕੋਲ ਇਲੈਕਟ੍ਰੋਲਾਈਟ ਹੈਗਾ ਜਿਹਦੀ ਕੰਸਨਟ੍ਰੇਸ਼ਨ ਕਿੰਨੀ 1 ਮੋਲਰ। ਕੀ ਆਪਾਂ ਕਵਾਂਗੇ, ਆਪਾਂ ਇੱਥੇ ਕਵਾਂਗੇ ਇਟ ਇਜ਼ ਡਿਫਾਈਨਡ as the conductivity of a solution having 1 moles per liter, ਜਿਹਨੂੰ ਆਪਾਂ 1 molar ਵੀ ਕਹੀਦਾ, of an electrolyte dissolve in it। ਜਾਂ ਮੈਨੂੰ ਦੂਜੇ ਤਰੀਕੇ ਨਾਲ ਦੱਸ ਦਿੰਦਾ, ਮੈਂ ਇੱਥੇ 1 ਮੋਲਰ ਹੀ ਲਿਖ ਦਿੰਦਾ ਇੰਨੀ ਜਗ੍ਹਾ ਤੇ। ਮੈਂ ਕੀ ਕਹਿ ਸਕਦਾ ਵਾਂ, ਇਟ ਇਜ਼ ਡਿਫਾਈਨਡ, ਸਾਰੀ ਵਰਡਿੰਗ ਉੱਦਾਂ ਦੀ ਜਿਹੜੀ ਤੁਹਾਨੂੰ ਸਟੇਟਮੈਂਟ ਸਹੀ ਲੱਗਦੀ, ਜਿਹੜੀ ਡੈਫੀਨੇਸ਼ਨ ਸਹੀ ਲੱਗਦੀ ਉਹ ਵੇਖ ਲਿਓ, ਦੋਨੋਂ ਲਿਖ ਲਿਓ, ਜਿਹੜੀ ਯਾਦ ਕਰਨੀ ਰਿਮੈਂਬਰ ਰੱਖਣੀ ਸੌਖੀ ਦੇਖ ਲਿਓ। ਇਟ ਇਜ਼ ਡਿਫਾਈਨਡ ਐਜ਼ ਦਾ ਕੰਡਕਟੈਂਸ of all the ions which are present in a 1 molar, ਇਹਦੀ ਜਗ੍ਹਾ ਤੇ ਮੈਂ ਕੀ ਲਿਖਤਾ 1 molar solution of an electrolyte ਠੀਕ ਹੈ। ਹੁਣ ਇਹਦੀ ਕਿੱਦਾਂ ਇਹਦਾ ਐਕਸਪ੍ਰੈਸ਼ਨ ਬਣਾਈਏ, ਇੱਕ ਫਾਰਮੂਲਾ ਆਪਾਂ ਬਣਾਉਂਦੇ ਆ। ਕੰਡਕਟਿਵਿਟੀ ਦਾ ਸਿੰਬਲ ਕਾਪਾ ਹੁੰਦਾ, ਯਾਦ ਰੱਖ ਲਿਓ। ਜੇ ਮੈਂ ਕਹਾਂ ਜੇ 1 ਲੀਟਰ ਹੀ ਆਪਾਂ ਵੋਲੀਅਮ ਲਈ, ਫॉर 1 ਲੀਟਰ ਕੰਡਕਟਿਵਿਟੀ, ਫਿਰ ਉਹਨੂੰ ਕਿਹੜਾ ਸਿੰਬਲ ਹੁੰਦਾ ਕਾਪਾ, ਕੇ ਨਾਲ ਡਿਨੋਟ ਕਰੀਦਾ। ਫॉर 20 ਲੀਟਰ, ਹੁਣ 20 ਦਾ ਮਤਲਬ ਕੋਈ ਵੀ ਵੋਲੀਅਮ, 2 ਲੀਟਰ 3 ਲੀਟਰ ਜਿੰਨਾ ਮਰਜ਼ੀ ਹੋਵੇ, 100 ਲੀਟਰ ਹੋਵੇ। ਫॉर 20 ਲੀਟਰ ਕੰਡਕਟਿਵਿਟੀ ਕੀ ਆਪਾਂ ਲਿਖਣਾ, λm ਕਾਪਾ ਮਲਟੀਪਲਾਈ ਬਾਈ 20, ਵੋਲੀਅਮ ਕਾਹਦੇ ਵਿੱਚ, ਲੀਟਰ ਵਿੱਚ। ਬਸ ਇੱਥੇ ਕਾਪਾ ਨਾਲ ਕੌਣ ਮਲਟੀਪਲਾਈ ਆ 1, ਇੱਥੇ ਕਾਪਾ ਨਾਲ ਕੌਣ ਮਲਟੀਪਲਾਈ ਆ ਵੋਲੀਅਮ ਇਨ ਲੀਟਰ। ਆੜੀ ਚੀਜ਼ ਇੱਥੇ ਵੀ ਕੰਡਕਟਿਵਿਟੀ ਨੂੰ ਆਪਾਂ ਲਿਖਣਾ λm, ਇੱਥੇ ਵੀ λm। ਆ ਜਿਹੜਾ ਸਿੰਬਲ ਆ ਇਹਨੂੰ ਆਪਾਂ ਕਹਿਣਾ ਲੈਮਡਾ ਤੇ ਪੈਰ 'ਚ ਪਾਇਆ m ਫॉर ਮੋਲਰ ਕੰਡਕਟਿਵਿਟੀ ਦਾ ਕਰਕੇ। ਹੁਣ ਹੋਰ ਅੱਗੇ ਚੱਲਦੇ ਆ, λm ਉਸੇ ਤਰ੍ਹਾਂ, ਕਾਪਾ ਉਸੇ ਤਰ੍ਹਾਂ, ਆ ਵੋਲੀਅਮ ਇਹਨੂੰ ਕਿੱਦਾਂ ਬਦਲ ਸਕਦੇ ਆ ਆਪਾਂ। ਮੈਂ ਇੱਥੇ ਬਾਕਸ ਵਿੱਚ ਇੱਕ ਚੀਜ਼ ਲਿਖਦਾ ਵਾਂ, ਤੁਹਾਨੂੰ ਪਤਾ ਮੋਲੈਰਿਟੀ ਹੁੰਦੀ ਸੀ ਨੰਬਰ ਆਫ ਮੋਲਸ ਡਿਵਾਈਡਡ ਬਾਈ ਵੋਲੀਅਮ ਇਨ ml, ਉੱਪਰ ਕੀ ਹੁੰਦਾ ਸੀ 1000, ਸ਼ਾਇਦ ਯਾਦ ਹੋਵੇ +1 ਦੀ ਚੀਜ਼। ਹੁਣ ਆਪਾਂ ਆਹ ਵੋਲੀਅਮ ਜਿਹੜਾ ਵਾ ਇਹਨੂੰ ਇੱਧਰ ਲੈ ਕੇ ਆਈਏ, ਵੋਲੀਅਮ ਇਨ ml ਇਜ਼ ਇਕੁਅਲ ਟੂ
n ਦੇ ਥੱਲੇ m ਚਲ ਗਿਆ ਇੰਟੂ 1000 ਆ ਚੀਜ਼ ਆ ਗਈ। ਹੁਣ ਨੰਬਰ ਆਫ ਮੋਲ ਕਿੰਨੇ ਨੇ, ਨੰਬਰ ਆਫ ਮੋਲ ਕਿੰਨੇ 1, ਇੱਥੇ 1 ਭਰ ਦਾਂਗੇ। 1000 ਦੇ ਥੱਲੇ ਕੀ ਆ ਜਾਣਾ ਸਿਰਫ m, ਇੱਥੇ ਭਰੀਏ 1000 ਦੇ ਥੱਲੇ m ਲੈ ਕੇ ਆਉਣਾ ਆਪਾਂ। ਹੁਣ ਦੇਖੋ ਇੱਥੇ ਲੀਟਰ 'ਚ ਲਿਖੋ ml 'ਚ ਲਿਖੋ ਕੋਈ ਫਰਕ ਨਹੀਂ ਪੈਂਦਾ। ਆ ਜਿਹੜੀ ਚੀਜ਼ ਆ ਮੈਂ ਤੇ ਲੀਟਰ ਨਾਲ ਦੱਸੀ ਆ, ਤੁਸੀਂ ਇੱਦਾਂ ਵੀ ਲਿਖ ਸਕਦੇ ਵੋਲੀਅਮ ਇਨ ml ਕਾਪਾ। ਵੋਲੀਅਮ ਇਨ ml ਦੀ ਜਗ੍ਹਾ ਤੇ ਕੀ ਭਰ ਦਾਂਗੇ ਆਪਾਂ 1000 ਓਵਰ m। ਆ ਜੇ ਮੋਲਰ ਕੰਡਕਟੀਵਿਟੀ ਦਾ ਫਾਰਮੂਲਾ ਯਾਦ ਰੱਖ ਲਿਓ। ਲੈਮਡਾ m ਦਾ ਮਤਲਬ ਹੈਗਾ ਵਾ ਮੋਲਰ ਕੰਡਕਟੀਵਿਟੀ। K ਫॉर ਕਾਪਾ, ਕਾਪਾ ਨੂੰ ਕਹੀਦਾ ਸਪੈਸੀਫਿਕ ਕੰਡਕਟੈਂਸ ਤੇ ਜਾਂ ਕੰਡਕਟੀਵਿਟੀ। M ਫॉर ਕੰਸਨਟ੍ਰੇਸ਼ਨ ਜਾਂ ਮੋਲੈਰਿਟੀ। ਠੀਕ ਹੈ, ਇਹ ਸਾਡੇ ਕੋਲ ਇੱਕ ਫਾਰਮੂਲਾ ਬਣ ਗਿਆ। ਉਸ ਤੋਂ ਬਾਅਦ ਨੈਕਸਟ ਦੇਖਦੇ ਹਾਂ। ਨੈਕਸਟ ਆ ਗਿਆ ਇਕੁਈਵੇਲੈਂਟ ਕੰਡਕਟੀਵਿਟੀ। ਇਕੁਈਵੇਲੈਂਟ ਅੱਜ ਦੋਵੇਂ ਫਾਰਮੂਲੇ ਬਣਾ ਲੈਨੇ, ਕੱਲ ਇਹਨਾਂ ਦੇ ਨੂਮੈਰੀਕਲ ਕਰ ਲਾਂਗੇ। ਸਾਰਾ ਕੁਝ ਉਸੇ ਤਰ੍ਹਾਂ ਯਾਦ ਰੱਖਿਓ। ਇਹੋ ਡੈਫੀਨੇਸ਼ਨ ਆਪਾਂ ਲਿਖਣੀ ਆ ਇਸ ਤਰ੍ਹਾਂ ਦੀ, ਜਿੱਦਾਂ ਸਾਰੀਆਂ ਲਾਈਨਾਂ ਉੱਦਾਂ ਰਿਪੀਟ ਹੋਣੀਆਂ। ਇਟ ਇਜ਼ ਡਿਫਾਈਨਡ ਐਸ ਦਾ ਕੰਡਕਟੈਂਸ ਆਫ ਆਲ ਦਾ ਆਇਨਸ ਵਿਚ ਆਰ ਪ੍ਰੈਜੈਂਟ ਇਨ, ਇੱਥੇ ਮੈਂ ਲਿਖਿਆ ਪ੍ਰੈਜੈਂਟ ਇਨ ਆ, ਇੱਥੇ ਮੈਂ ਲਿਖਿਆ 1 ਮੋਲਰ ਸੋਲਿਊਸ਼ਨ, ਉੱਥੇ ਮੈਂ ਲਿਖੂੰਗਾ 1 ਗ੍ਰਾਮ ਇਕੁਈਵੇਲੈਂਟ। ਠੀਕ ਹੈ, ਨੋਰਮੈਲਿਟੀ ਦੀ ਗੱਲ ਆਪਾਂ ਕਹਿਣੀ ਆ। ਇੱਥੇ ਕੀ ਆਊਗਾ ਦੇਖਿਓ, ਇਕੁਈਵੇਲੈਂਟ ਵਿੱਚ ਨੋਰਮੈਲਿਟੀ ਦੀ ਗੱਲ ਕਰਨੀ ਆ, ਉਹਦੇ ਵਿੱਚ ਮੋਲੈਰਿਟੀ ਦੀ ਗੱਲ ਕਰਨੀ ਸੀ। ਹੁਣ ਇੱਥੇ ਕੀ ਆਉਣਾ ਵਾ, ਇਟ ਇਜ਼ ਇਹਦਾ ਸਿੰਬਲ ਹੁੰਦਾ ਜੇ ਲੈਮਡੇ ਦੇ ਪੈਰ 'ਚ E। ਇਕੁਈਵੇਲੈਂਟ ਕੰਡਕਟੀਵਿਟੀ ਕੀ ਆਊਗਾ, ਤੁਸੀਂ ਇਹ ਨਾ ਸੋਚੋ ਲੈਮਡਾ ਇਸ ਤਰ੍ਹਾਂ ਹੁੰਦਾ ਸੀ, ਇੰਨਾ ਕੁ ਸਿੰਬਲ ਵੀ ਪਾ ਲਈਦਾ। ਹੁਣ ਇੱਥੇ ਕੀ ਆਉਣਾ, ਇਟ ਇਜ਼ ਡਿਫਾਈਨਡ as the conductance of all the ions present in solution। ਆ ਲਾਈਨ ਤੇ ਸੇਮ ਉਹ ਰਿਪੀਟ ਕੀਤੀ ਕੰਟੇਨਿੰਗ, ਉੱਥੇ ਮੈਂ ਲਿਖਿਆ ਸੀ 1 ਮੋਲਰ ਇਲੈਕਟ੍ਰੋਲਾਈਟ। ਇੱਥੇ ਮੈਂ ਕੀ ਕਹੂੰਗਾ ਕੰਟੇਨਿੰਗ ਕੀ ਆਉਣਾ 1 ਗ੍ਰਾਮ ਇਕੁਈਵੇਲੈਂਟ ਆਫ ਇਲੈਕਟ੍ਰੋਲਾਈਟ। ਉੱਥੇ ਮੈਂ ਕੀ ਕਿਹਾ ਸੀ 1 ਮੋਲਰ, ਇੱਥੇ ਮੈਂ ਕਹਿਣ ਡਿਆ 1 ਗ੍ਰਾਮ ਇਕੁਈਵੇਲੈਂਟ। ਤੁਹਾਨੂੰ ਆ ਚੀਜ਼ਾਂ ਸ਼ਾਇਦ ਪਤਾ ਹੀ ਹੋਣ। ਗ੍ਰਾਮ ਇਕੁਈਵੇਲੈਂਟ ਨੂੰ ਫਿਰ ਇਕੁਈਵੇਲੈਂਟ ਮਾਸ ਵਿੱਚ ਬਦਲੀਦਾ ਸੀ, ਫਿਰ ਇੱਦਾਂ ਕਰਕੇ ਆਪਾਂ ਬੇਸਿਸਿਟੀ ਇੱਦਾਂ ਦੇ ਫਾਰਮੂਲੇ ਬਣਾਉਣੇ ਨਹੀਂ। 1 ਗ੍ਰਾਮ ਇਕੁਈਵੇਲੈਂਟ ਆਫ ਇਲੈਕਟ੍ਰੋਲਾਈਟ ਇਨ 1 ਲੀਟਰ ਆਫ ਸੋਲਿਊਸ਼ਨ। ਫਿਰ ਇੱਥੇ ਕੀ ਫਾਰਮੂਲਾ ਬਣਿਆ, ਲੈਮਡਾ E ਕਾਪਾ ਇੰਟੂ 1000 ਬਾਈ N। ਜਿੱਦਾਂ ਇਹ ਕੀ ਆ ਲੈਮਡਾ M ਕਾਪਾ ਇੰਟੂ 1000 ਬਾਈ M। ਇੱਥੇ ਮੋਲੈਰਿਟੀ ਆ, ਇੱਥੇ ਕੀ ਆ ਨੋਰਮੈਲਿਟੀ। N ਫॉर ਕੀ ਆ ਨੋਰਮੈਲਿਟੀ। ਤੇ ਇੱਕ ਨੋਟ ਵਿੱਚ ਚੀਜ਼ ਯਾਦ ਰੱਖ ਲਿਓ, ਲੈਮਡਾ E is equal to lambda m divided by n factor। ਆ ਇਹਨਾਂ ਦੋਨਾਂ 'ਚ ਰਿਲੇਸ਼ਨ ਹੁੰਦਾ। ਆ ਕਿਹੜੀ ਕੰਡਕਟੀਵਿਟੀ ਆ, ਇਕੁਈਵੇਲੈਂਟ ਕੰਡਕਟੀਵਿਟੀ। ਲੈਮਡਾ m ਕਿਹੜੀ ਕੰਡਕਟੀਵਿਟੀ ਆ, ਮੋਲਰ ਕੰਡਕਟੀਵਿਟੀ। ਤੇ n ਫੈਕਟਰ ਕਿੱਦਾਂ ਕੱਢੀਦਾ, ਐਗਜ਼ਾਮਪਲ ਦੇ ਰੂਪ 'ਚ ਜਿੱਦਾਂ HCl ਆ। HCl ਜਦੋਂ ਟੁੱਟਦਾ H ਪਲੱਸ Cl ਮਾਈਨਸ ਕਿੰਨੇ H ਇਹਨੇ ਰਿਲੀਜ਼ ਕੀਤੇ 1, ਇਹਦਾ n ਫੈਕਟਰ ਕਿੰਨਾ ਹੋ ਗਿਆ 1। ਹੋਰ ਕੋਈ ਚੀਜ਼ ਹੈ ਜਿੱਦਾਂ AlCl3, ਇਹ ਟੁੱਟਿਆ Al3 ਪਲੱਸ ਤੇ Cl ਮਾਈਨਸ ਵਿੱਚ, ਇੱਥੇ ਪੋਜ਼ੀਟਿਵ ਚਾਰਜ ਕਿੰਨਾ 3, ਫਿਰ n ਫੈਕਟਰ ਕਿੰਨਾ ਆ ਗਿਆ 3। ਕਈਆਂ 'ਚ H ਵੇਖੀਦਾ, ਕਈਆਂ 'ਚ ਪੋਜ਼ੀਟਿਵ ਚਾਰਜ ਵੇਖੀਦਾ, ਕਈਆਂ 'ਚ OH ਵੇਖੀਦਾ। ਜਿਸ ਤਰ੍ਹਾਂ ਮੈਂ ਕਹਾਂ NaOH, ਇਹਨੂੰ ਆਪਾਂ ਡਿਸੋਸੀਏਟ ਕਰੀਏ, ਤੋੜੀਏ n ਪਲੱਸ ਤੇ OH ਮਾਈਨਸ। OH ਮਾਈਨਸ ਕਿੰਨੇ 1, ਇਹਦਾ n ਫੈਕਟਰ ਕਿੰਨਾ ਆ ਗਿਆ 1। ਐਸਿਡ ਵਿੱਚ ਹਾਈਡਰੋਜਨ ਵੇਖਣੇ, ਬੇਸ ਵਿੱਚ ਹਾਈਡਰੋ ਆਕਸਾਈਡ ਵੇਖਣੇ, ਸਾਲਟ ਵਿੱਚ ਪੋਜ਼ੀਟਿਵ ਆਇਨ ਵੇਖਣੇ। ਇੱਦਾਂ n ਫੈਕਟਰ ਆਪਾਂ ਕੱਢਦੇ ਹੁੰਦੇ ਸੀ।
ਵੈਸੇ ਤੇ ਬਹੁਤ ਜ਼ਿਆਦਾ ਚੀਜ਼ਾਂ +1 'ਚ ਮੈਨੂੰ ਹਜੇ ਵੀ ਯਾਦ ਹੈ, ਤੁਹਾਨੂੰ ਦੱਸੀਆਂ ਗਈਆਂ ਵਾ। ਫਿਰ ਵੀ ਜੇ ਕਿਤੇ ਪ੍ਰੋਬਲਮ ਆਉਂਦੀ ਤੇ ਪੁੱਛ ਲਿਆ ਕਰੋ, ਦੁਬਾਰਾ ਦੱਸ ਦਿਆ ਕਰੂੰਗਾ। ਠੀਕ ਹੈ, ਇੰਨਾ ਰੱਖਿਓ ਯਾਦ। ਕੱਲ੍ਹ ਇਹ 'ਤੇ ਨੂਮੈਰੀਕਲ ਕਰਾਂਗੇ। ਥੈਂਕ ਯੂ।